Good morning, students. Today we will do fourth chapter from साहित्यग्राम बेबे राम भजनी। एक इकांगी है जिस ਵਿੱਚ ਸਮਾਜਿਕ ਬੁਰਾਈ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਮਾਜਿਕ ਬੁਰਾਈ ਸਾਡੇ ਦੇਸ਼ ਵਿੱਚ फैली हुई है, चाहे वो दान धर्म है, चाहे वो जुआ है, शराब है। इस तरह की समाजिक बुराइयां देश ਵਿੱਚ फैलियां हुई हैं, उस बारे सारी इकांगी है। बेबे राम भजनी इकांगी प्रोफैसर ईश्वर चंद्र नंदा जी ਦੀ ਹੈ, ਜਿਸ ਵਿੱਚ ਦਾਨ ਪੁੰਨ ਨਾਲ ਤੇ ਜੁੜੇ ਵਹਿਮ ਅਤੇ ਸਾਧੂ ਸੰਤਾਂ ਦੇ ਰਾਜ ਖੋਲ੍ਹੇ ਗਏ ਹਨ। ਇਸ ਵਿੱਚ ਸ਼ਰਾਬ ਤੇ ਜੂਏਬਾਜ਼ੀ ਵਰਗੀਆਂ ਸਮਾਜਿਕ ਬੁਰਾਈਆਂ 'ਤੇ ਵੀ ਰੋਸ਼ਨੀ ਪਾਈ ਗਈ ਹੈ। ਦਾਨ ਪੁੰਨ ਅਸੀਂ ਕਿਉਂ ਕਰਦੇ ਹਾਂ? ਦਾਨ ਪੁੰਨ ਕੀ ਹੁੰਦਾ ਹੈ? ਕਿਸੇ ਡਰ ਜਾਂ ਅਗਿਆਨਤਾ ਦੇ ਕਾਰਨ ਅਸੀਂ ਕਿਸੇ ਪਖੰਡੀ ਸਾਧੂ ਸੰਤਾਂ ਚੱਕਰਾਂ ਵਿੱਚ ਪੈ ਕੇ ਆਪਣਾ ਸਭ ਕੁਝ ਗਵਾ ਬੈਠਦੇ ਹਾਂ। ਇਸੇ ਤਰ੍ਹਾਂ ਹੀ ਜੋ ਸ਼ਰਾਬੀ ਅਤੇ ਜੁਆਰੀ ਹੁੰਦੇ ਹਨ, ਉਹ ਲੋਕ ਸ਼ਰਾਬ ਦੇ ਨਸ਼ੇ ਵਿੱਚ ਆਪਣਾ ਸਾਰਾ ਘਰ ਉਜਾੜ ਬੈਠਦੇ ਹਨ। ਇਸ ਦੇ ਇਰਦ ਗਿਰਦ ਇਹ ਸਾਰੀ ਇਕਾਂਗੀ ਹੈ ਜੋ ਵਾਪਰਦੀ ਹੈ। ਤੋ ਲੈਟਸ ਸਟਾਰਟ ਆਰ ਚੈਪਟਰ ਬੇਬੇ ਰਾਮ ਭਜਨੀ ਇਕਾਂਗੀ। ਇਸ ਵਿੱਚ ਭੂਮਿਕਾ ਹੈ ਜੋ ਈਸ਼ਵਰ ਚੰਦਰ ਨੰਦਾ ਜੀ ਦੀ ਇਕਾਂਗੀ ਬੇਬੇ ਰਾਮ ਭਜਨੀ ਸਮਾਜਿਕ ਕ੍ਰਿਤੀਆਂ ਨੂੰ ਬਿਆਨ ਕਰਨ ਬਾਰੇ ਸਫਲ ਕਿਰਤ ਮੰਨੀ ਜਾਂਦੀ ਹੈ ਅਤੇ ਇਸ ਨੂੰ ਇਕਾਂਗੀ ਨੂੰ ਕਈ ਵਾਰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਚੁੱਕਿਆ ਹੈ। ਸੰਸਾਰ ਤੋਂ ਉਪਰੰਤ ਜੋ ਬੇਬੇ ਰਾਮ ਭਜਨੀ ਹੈ ਉਹ ਸੰਸਾਰ ਤੋਂ ਉੱਪ ਚੁੱਕੀ ਹੈ। ਉਸ ਦਾ ਇੱਕ ਪੁੱਤਰ ਸੀ ਜੋ ਬਚਪਨ ਵਿੱਚ ਹੀ ਮਰ ਚੁੱਕਿਆ ਸੀ। ਉਸ ਦਾ ਪਤੀ ਹੈ ਜੋ ਜੁਆਰੀ ਹੈ, ਸ਼ਰਾਬੀ ਹੈ, ਜੋ ਸਾਰਾ ਉਸਦਾ ਧਨ ਦੌਲਤ ਆਪਣੀ ਉਜਾੜ ਰਿਹਾ ਹੈ। ਉਹ ਸਾਰਾ ਦਿਨ ਆਪਣੇ ਸਾਹਮਣੇ ਮੂਰਤੀਆਂ ਰੱਖ ਕੇ ਪਾਠ ਪੂਜਾ ਕਰਦੀ ਰਹਿੰਦੀ ਹੈ ਅਤੇ ਆਪਣੀ ਗੁਆਂਢਣ ਨਾਲ ਉਹ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਰਹਿੰਦੀ ਹੈ ਅਤੇ ਉਹ ਸਭ ਕੁਛ ਹੀ ਦੁਨੀਆ ਤੋਂ ਤੰਗ ਆ ਚੁੱਕੀ ਹੈ ਅਤੇ ਸਭ ਕੁਛ ਦਾਨ ਦੇ ਕੇ ਮੁਕਤ ਹੋ ਜਾਣਾ ਚਾਹੁੰਦੀ ਹੈ ਕਿ ਮੈਂ ਸਭ ਕੁਛ ਦਾਨ ਦੇ ਕੇ ਪੁੰਨ ਕਮਾਉਣਾ ਚਾਹੁੰਦੀ ਹਾਂ। ਅਤੇ ਗੁਆਂਢਣ ਵੀ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ ਅਤੇ ਸਾਧੂ ਨੂੰ ਲਿਆਉਣ ਲਈ ਚਲੀ ਜਾਂਦੀ ਹੈ। ਆਪਣੇ ਆਪ ਨਾਲ ਵਾਰਤਾ, ਫਿਰ ਉਹ ਆਪਣੇ ਆਪ ਨਾਲ ਵੀ ਗੱਲਾਂ ਕਰਦੀ ਰਹਿੰਦੀ ਹੈ, ਇਕੱਲੀ ਹੁੰਦੀ ਹੈ ਅਤੇ ਆਪਣੇ ਆਪ ਨਾਲ ਗੱਲਾਂ ਕਰਦੀ ਹੈ। ਅਤੇ ਗੁਆਂਢਣ ਦੇ ਜਾਣ ਤੋਂ ਬਾਅਦ ਉਹ ਆਪਣੇ ਸਾਰੇ ਕੱਪੜੇ ਜੋ ਸੰਦੂਕ ਵਿੱਚੋਂ ਕੱਪੜੇ ਕੱਢ ਕੇ ਬਾਹਰ ਰੱਖ ਦਿੰਦੀ ਹੈ ਅਤੇ ਜੋ ਫੁਲਕਾਰੀਆਂ ਉਸਦੇ ਕੰਮ ਦੀਆਂ ਨਹੀਂ, ਕੋਈ ਧੀ ਨੂੰ ਹੀ ਨਹੀਂ ਹੈ ਹੰਡਾਉਣ ਵਾਲੀ, ਅਤੇ ਉਹ ਵੀ ਬਾਹਰ ਕੱਢ ਲੈਂਦੀ ਹੈ। ਫਿਰ ਸਾਧੂ ਦਾ ਆਉਣਾ, ਫਿਰ ਉਸਦੇ ਘਰ ਇੱਕ ਸਾਧੂ ਆਉਂਦਾ ਹੈ ਜੋ ਉਸਦੀ ਬੜੀ ਸਿਫਤ ਕਰਦਾ ਹੈ, ਉਸਦੇ ਜਨਮਾਂ ਦੀਆਂ ਗੱਲਾਂ ਲੈ ਕੇ ਉਸਨੂੰ ਝਾਂਸੇ ਵਿੱਚ ਰੱਖਦਾ ਹੈ। ਫਿਰ ਬੇਬੇ ਰਾਮ ਭਜਨੀ ਉਸ ਨੂੰ ਦੁਸ਼ਾਲਾ, ਗੜਵੇ, ਵਾਲੀਆਂ ਸਭ ਕੁਛ ਦੇ ਦਿੰਦੀ ਹੈ ਅਤੇ ਫਿਰ ਕਹਿੰਦੇ ਕਿ ਦਾਨ ਪੁੰਨ ਕਰਕੇ ਉਹ ਦੁਨੀਆ ਨੂੰ ਤਿਆਗਣਾ ਚਾਹੁੰਦੀ ਹੈ। ਸਾਧੂ ਤੋਂ ਬਾਅਦ ਫਿਰ ਉਸਦੇ ਘਰ ਵਿੱਚ ਪਾਂਧਾ ਆਉਂਦਾ ਹੈ। ਪਾਂਧੇ ਦਾ ਘਰੇ ਆਉਣਾ, ਗੁਆਂਢਣ ਅਤੇ ਪਾਂਧਾ ਉਸਦੇ ਘਰ ਆਉਂਦੇ ਹਨ ਅਤੇ ਪਾਂਧੇ ਨੂੰ ਵਿਰਾਜਮਾਨ ਕਰਦੀ ਹੈ ਆਪਣੇ ਘਰ ਵਿੱਚ। ਫਿਰ ਉਸਨੂੰ ਆਪਣੇ ਪਤੀ ਬਾਰੇ ਦੱਸਦੀ ਹੈ, ਫਿਰ ਆਪਣੇ ਬੱਚੇ ਬਾਰੇ ਦੱਸਦੀ ਹੈ ਜਿਸ ਦੀ ਬਚਪਨ ਵਿੱਚ ਹੀ ਮੌਤ ਹੋ ਜਾਂਦੀ ਹੈ ਅਤੇ ਉਹ ਕਹਿੰਦੇ ਕਿ ਮੇਰਾ ਦੁਨੀਆ ਤੋਂ ਮਨ ਉਚਾਟ ਹੋ ਚੁੱਕਾ ਹੈ, ਅੱਕ ਚੁੱਕਿਆ ਹੈ। ਮੈਨੂੰ ਹੁਣ ਪਰ ਮੈਂ ਸਭ ਕੁਛ ਦਾਨ ਦੇਣਾ ਚਾਹੁੰਦੀ ਹਾਂ, ਮਨਸ ਦੇਣਾ ਚਾਹੁੰਦੀ ਹਾਂ, ਪਰ ਆਪਣੇ ਪਤੀ ਤੋਂ ਵੀ ਡਰਦੀ ਹੈ। ਤੋ ਫਿਰ ਉਹ ਗੁਆਂਢਣ ਅਤੇ ਉਹ ਜੋ ਪਾਂਧਾ ਹੈ ਉਹ ਕਹਿੰਦੇ ਹੈ ਕਿ ਜੇ ਤੂੰ ਕਿਹੜਾ ਗਲਤ ਕੰਮ ਕਰ ਰਹੀ ਹੈ ਅਤੇ ਆਪਣੇ ਪਤੀ ਤੋਂ ਕਿਉਂ ਡਰਦੀ ਹੈ? ਤੂੰ ਇਹ ਚੰਗਾ ਕੰਮ ਕਰ ਰਹੀ ਹੈ, ਉਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸੰਕਲਪ ਕਰਦੀ ਹੈ। ਸੰਕਲਪ ਕਰਨਾ ਕਿ ਜਾਣੇ ਕਿ ਜੋ ਕੁਛ ਦਾਨ ਦੇ ਰਹੀ ਹੈ ਉਸ ਨੂੰ ਸੰਕਲਪ ਕਰ ਲੈਂਦੀ ਹੈ, ਸਭ ਕੁਝ ਉਸਨੂੰ ਮਨਸ ਦਿੰਦੀ ਹੈ। ਬੇਬੇ ਰਾਮ ਭਜਨੀ ਦੁੱਖ ਵੀ ਹੁੰਦਾ ਹੈ ਕਿ ਉਹ ਜੋ ਕੱਪੜੇ ਦਿੱਤੇ ਹਨ ਸਭ ਕੁਛ ਉਹਨੂੰ ਡਰਦੀ ਵੀ ਰਹਿੰਦੀ ਹੈ ਆਪਣੇ ਪਤੀ ਤੋਂ, ਸਭ ਕੁਛ ਦਾਨ ਵੀ ਕਰ ਦਿੰਦੀ ਹੈ ਅਤੇ ਕੁਛ ਕੱਪੜੇ ਜੋ ਮਹਿੰਗੇ ਕੱਪੜੇ ਹੁੰਦੇ ਹਨ ਉਹ ਆਪਣੀ ਗੁਆਂਢਣ ਦੀ ਨੂੰਹ ਨੂੰ ਵੀ ਦੇ ਦਿੰਦੀ ਹੈ। ਪ੍ਰੇਮ ਨੂੰ ਲੱਭਣ ਲਈ ਨੂੰਹ ਦਾ ਆਉਣਾ, ਫਿਰ ਜੋ ਗੁਆਂਢਣ ਹੈ ਉਸ ਦੀ ਨੂੰਹ ਆਉਂਦੀ ਹੈ, ਉਸ ਦੀ ਨੂੰਹ ਉਸਨੂੰ ਬੁਲਾਉਣ ਆਉਂਦੀ ਹੈ ਅਤੇ ਉਸ ਦੇ ਨਾਲ ਹੀ ਨਾਲ ਉਸ ਦਾ ਪਤੀ ਵੀ ਆਪਣੇ ਸਾਥੀਆਂ ਨਾਲ ਘਰੇ ਆ ਜਾਂਦਾ ਹੈ ਜਿਸ ਨੇ ਸ਼ਰਾਬ ਪੀਤੀ ਹੁੰਦੀ ਹੈ। ਜੁਆਰੀਏ ਬੇਬੇ ਰਾਮ ਭਜਨੀ ਦੇ ਪਤੀ ਸ਼ਾਮਦਾਸ ਦੇ ਸ਼ਰਾਬ ਲੈਣ ਗਏ ਮਗਰੋਂ ਆਪਸ ਵਿੱਚ ਗੱਲਾਂ ਕਰਦੇ ਹਨ ਅਤੇ ਬਾਜ਼ੀਆਂ ਜਿੱਤਣ ਦੇਣ ਦੇ ਬਾਅਦ ਉਹਨਾਂ ਨੂੰ ਹਰਾਇਆ ਜਾਵੇ। ਜੋ ਉਸਦੇ ਸਾਥੀ ਹੁੰਦੇ ਹਨ
ਉਹ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਅੱਜ ਇਸ ਨੂੰ ਸ਼ਰਾਬ ਵੀ ਚੰਗੀ ਤਰ੍ਹਾਂ ਪਿਆ ਕੇ ਇਸ ਤਰ੍ਹਾਂ ਸਾਰਾ ਕੁਝ ਲੁੱਟ ਲਵਾਂਗੇ, ਜਾਣੀ ਕਿ ਧਨ ਦੌਲਤ ਹੈ ਜੋ ਅਸੀਂ ਜਿੱਤ ਲਵਾਂਗੇ, ਇਸ ਨੂੰ ਹਰਾ ਦੇਵਾਂਗੇ ਜੂਏ ਵਿੱਚ। ਫਿਰ ਸ਼ਾਮਦਾਸ ਹੈ ਜੋ ਜੂਆ ਖੇਡਦਾ ਹੈ। ਸ਼ਾਮਦਾਸ ਪਹਿਲੇ ਸੋਨੇ ਦੇ ਬਟਨ ਦਾ ਲਗਾਉਣ ਤੋਂ ਬਾਅਦ ਉਹ ਕਹਿੰਦਾ ਹੈ ਅਗਲੀ ਬਾਜੀ ਵਿੱਚ ਆਪਣੇ ਘਰ ਨੂੰ ਹੀ ਦਾਅ 'ਤੇ ਲਾ ਦੇਵੇਗਾ। ਸੋਨੇ ਦੀਆਂ ਚੂੜੀਆਂ ਵੀ ਬਾਜੀ 'ਤੇ ਲਗਾ ਦਿੰਦਾ ਹੈ, ਪਰ ਸੰਦੂਕ ਨੂੰ ਤਾਲਾ ਲੱਗਾ ਹੋਣ ਕਰਕੇ ਉਹ ਖਾਲੀ ਹੱਥ ਆ ਜਾਂਦਾ ਹੈ। ਰਾਮ ਭਜਨੀ ਦੀ ਉਡੀਕ ਕਰਨ ਲੱਗਦਾ ਹੈ ਅਤੇ ਫਿਰ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਉਹ ਜੂਏ ਵਿੱਚ ਹਾਰੀਆਂ ਚੂੜੀਆਂ ਆਪਣੀ ਪਤਨੀ ਦੇ ਆਉਣ ਤੋਂ ਬਾਅਦ ਦੇਵੇਗਾ। ਫਿਰ ਬੇਬੇ ਰਾਮ ਭਜਨੀ ਆਉਂਦੀ ਅਤੇ ਉਸ ਨਾਲ ਲੜਾਈ ਹੁੰਦੀ ਹੈ। ਜੁਆਰੀਆਂ ਵਿੱਚ ਪਾਂਧੇ ਦੇ ਪੁੱਤਰ ਨੂੰ ਵੇਖ ਕੇ ਬੇਬੇ ਰਾਮ ਭਜਨੀ ਹੈ ਜੋ ਲਾਹਨਤਾਂ ਪਾਉਂਦੀ ਹੈ। ਜੋ ਜੁਆਰੀ ਸਾਥੀ ਸ਼ਾਮ ਲਾਲ ਦੇ ਜੋ ਸ਼ਾਮਦਾਸ ਦੇ ਜੋ ਸਾਥੀ ਜੁਆਰੀ ਸੀ, ਉਹ ਜਦੋਂ ਉਸ ਦੇ ਘਰ ਵਿੱਚ ਖੇਡ ਰਹੇ ਹੁੰਦੇ ਹਨ, ਉਸ ਸਮੇਂ ਬੇਬੇ ਰਾਮ ਭਜਨੀ ਆਉਂਦੀ ਹੈ ਅਤੇ ਉਸ ਵਿੱਚ ਜਦੋਂ ਉਸ ਪਾਂਧੇ ਦੇ ਮੁੰਡੇ ਨੂੰ ਵੇਖਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਿ ਜਿਸ ਪਾਂਧੇ ਨੂੰ ਉਸਨੇ ਦਾਨ ਦਿੱਤਾ ਹੈ ਉਸ ਦਾ ਆਪਣਾ ਪੁੱਤਰ ਵੀ ਇੱਕ ਜੁਆਰੀ ਅਤੇ ਸ਼ਰਾਬੀ ਹੈ। ਉਸ ਨੂੰ ਗਾਲਾਂ ਕੱਢਦੀ ਹੈ, ਲਾਹਨਤਾਂ ਪਾਉਂਦੀ ਹੈ ਕਿ ਜਿਸ ਨੂੰ ਮੈਂ ਸਾਰਾ ਕੁਝ ਦਾਨ ਦੇ ਦਿੱਤਾ ਉਸ ਦਾ ਪੁੱਤਰ ਹੀ ਜੂਆ ਖੇਡ ਰਿਹਾ ਹੈ। ਇਹ ਦਾਨ ਵੀ ਧੋਖਾ ਹੈ, ਫਰੇਬ ਹੈ, ਪਖੰਡ ਹੈ। ਹੁਣ ਸਭ ਕੁਝ ਰਾਮ ਦੇ ਨਾਮ ਉੱਪਰ ਦਾਨ ਕਰ ਦੇਵੇਗੀ। ਕਹਿੰਦੇ ਹੁਣ ਤਾਂ ਰੱਬ ਨੂੰ ਹੀ ਦਾਨ ਦੇਵੇਗੀ। ਅਤੇ ਸ਼ਾਮਦਾਸ ਕਹਿੰਦਾ ਹੈ ਕਿ ਤੂੰ ਮੈਨੂੰ ਤਬਾਹ ਕਰ ਦਿੱਤਾ ਹੈ। ਉਹ ਬੇਬੇ ਰਾਮ ਭਜਨੀ ਨੂੰ ਹੀ ਲੜਦਾ ਹੈ ਕਿ ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ, ਮੇਰਾ ਸਾਰਾ ਕੁਝ ਦਾਨ 'ਤੇ ਦੇ ਦਿੱਤਾ ਅਤੇ ਮੈਂ ਸਭ ਕੁਝ ਜੂਏ ਦੇ ਮੂੰਹ ਦੇ ਦਿੱਤਾ। ਉਸ ਨੂੰ ਆਪਣੀਆਂ ਅੱਖਾਂ ਤੋਂ ਦੂਰ ਹੋਣ ਲਈ ਕਹਿੰਦਾ ਹੈ, ਮਾਰਦਾ ਹੈ, ਕੁੱਟਦਾ ਹੈ ਅਤੇ ਬੇਬੇ ਰਾਮ ਭਜਨੀ ਰਾਮ ਰਾਮ ਆਖਦੀ ਘਰੋਂ ਨਿਕਲ ਜਾਂਦੀ ਹੈ ਅਤੇ ਸ਼ਾਮਦਾਸ ਵੀ ਹਾਏ ਰਾਮ ਕਰਦਾ ਘਰੋਂ ਨਿਕਲ ਜਾਂਦਾ ਹੈ। ਸੋ ਸਟੂਡੈਂਟਸ, ਦਿਸ ਇਜ਼ ਇਕਾਂਗੀ डिपेंड ऑन जो ਸਮਾਜਿਕ ਕੁਰੀਤੀਆਂ ਕਿ ਕਿਸ ਤਰ੍ਹਾਂ ਅਸੀਂ ਦੁੱਖ ਵਿੱਚ ਆ ਕੇ ਜ਼ਿੰਦਗੀ 'ਚੋਂ ਦੁਖੀ ਹੋ ਕੇ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਹਾਂ ਅਤੇ ਧਾਰਮਿਕ ਪਖੰਡਾਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਾਂ। ਅਤੇ ਇਕਾਂਗੀਕਾਰ ਨੇ ਇੱਥੇ ਸਮਾਜਿਕ ਬੁਰਾਈਆਂ ਉੱਪਰ ਇੱਕ ਵਿਅੰਗ ਕੱਸਿਆ ਹੈ ਅਤੇ ਆਪਣੇ ਮਨ ਨੂੰ ਸ਼ੁੱਧ ਕਰਨ ਲਈ ਇੱਕ ਸੰਦੇਸ਼ ਦਿੱਤਾ ਹੈ। So students, revise this chapter carefully. Thank you.